हाँ जी प्यारे बच्चों नमस्कार। अज आपां पंजाबी पुस्तक 10वीं क्लास की पंजाबी पुस्तक दा पाठ तीजा कहानी तीजी अंग संग दे प्रश्न उत्तर करांगे अते इस कहानी का सार करांगे अते वस्तुनिष्ठ प्रश्न उत्तर भी करांगे। इस कहानी नूं तुसीं बहुत चंगी तरह समझना है। अंग संग इस दे लेखक ने जो बरियाम सिंह संधू ने। करतार सिंह दा बाप जमीन गहने करके ਅਤੇ सिर चढ़े करजे तो तंग आके सिंगापुर चला गया। उत्थे जाके उसने कमाई करके सारा करजा उतार दिता ਅਤੇ अपनी गहने पई जमीन भी छुड़वा लई। परंतु उसका पुत्र करतार सिंह बाहरों आउंदे पैसे देख के ऐश करन लग पिया। उसने जमीन ठेके उत्ते दे के आप शान नाल रहना शुरू कर दिता। उसने सारा दिन बेले ढाइयां विच फिरना, शराब पीना ਅਤੇ शिकार खेडना शुरू कर दिता। उसके 2 पुत्र ते 3 ਧੀਆਂ सन। ਉਹ अपनी माँ ਅਤੇ पत्नी के समझाए ਦੀ भी परवाह ना करता। उसके पिता की मौत हो गई ਅਤੇ बाहरों आउंदा पैसा बंद हो गया, पर उसने फैल सुफियां ना बंद कीतियां। एक बारी उसने अपनी भैन दीयां 2 कुड़ियां दे इकट्ठे विआह उत्ते भैन की इच्छा अनुसार उत्थे बन ठण के जाण लई पैसों का प्रबंध ना होण करके अपनी पत्नी तो टूमा मंगियां, पर उस द्वारा टूमा देण तो इनकार करन ते उसने अपनी पत्नी नूं थापी नाल कुੱਟਿਆ। उसने हर रोज़ शराब पीनी शुरू कर दित्ती ਅਤੇ रोज़ाना शराब नाल रज्जिया घर आउंदा, जिस कारण घर विच तनाव ਅਤੇ कलेश ਬਣਿਆ ਰਹਿੰਦਾ। उस दा पुत्र अमरीक सिंह तीजे दर्जे का सरकारी मुलाजम सी। ਉਹ ਆਪਣੇ पिता दीयां आदतां नूं पसंद नहीं करदा सी। नशिਆਂ ਵਿੱਚ ਪੈਣ ਕਰਕੇ करतार सिंह ਦੀ अचानक मौत हो गई, जिस तो बाद ही अमरीक नूं ਆਪਣੇ पिता दीयां बहुत सारियां माड़ੀਆਂ आदतां ਦੇ ਨਾਲ ਜ਼ਮੀਨ ਗਹਿਣੇ ਪੈ ਜਾਣ ਅਤੇ ਪਰਿਵਾਰ ਦੇ ਕਰਜ਼ੇ ਵਿੱਚ ਡੁੱਬ ਜਾਣ ਦਾ ਪਤਾ ਲੱਗਾ। ਸੁਸਾਇਟੀ ਦੇ ਇੰਸਪੈਕਟਰ ਨੇ ਘਰੇ ਆ ਕੇ ਕਰਜ਼ੇ ਦੇ 1650 ਰੁਪਏ ਦੱਸੇ ਅਤੇ ਮੁਲਾਜ਼ਮ ਭਰਾ ਹੋਣ ਕਰਕੇ ਕਿਸ਼ਤਾਂ ਵਿੱਚ ਵਾਪਸ ਕਰਵਾਉਣ ਲਈ ਮੰਨ ਗਿਆ। ਅਮਰੀਕ ਨੂੰ ਛੋਟੇ ਭਰਾ ਮਹਿੰਦਰ ਤੋਂ ਪਤਾ ਲੱਗਾ ਕਿ 500 ਰੁਪਏ ਉਸਨੇ ਮੱਖਣ ਸਿੰਘ ਦੇ ਦੇਣੇ ਸਨ। ਅਮਰੀਕ ਨੂੰ ਆਪਣੀ ਮਾਂ ਜਗੀਰ ਕੌਰ ਤੋਂ ਪਤਾ ਲੱਗਾ ਕਿ ਜਿਸ ਜ਼ਮੀਨ ਨੂੰ ਉਹ ਬਚੀ ਹੋਈ ਸਮਝਦਾ ਸੀ, ਉਹ ਪੌਣਾ ਕਿੱਲਾ ਵੀ ਗਹਿਣੇ ਹੋਈ ਪਈ ਸੀ। ਇਹ ਸਭ ਕੁਝ ਦਾ ਅਚਾਨਕ ਪਤਾ ਲੱਗਣ ਕਰਕੇ ਅਮਰੀਕ ਨੂੰ ਬਹੁਤ ਦੁੱਖ ਹੋਇਆ ਅਤੇ ਘਰ ਵਾਲਿਆਂ 'ਤੇ ਗੁੱਸਾ ਵੀ ਆਇਆ, ਕਿਉਂਕਿ ਉਹਨਾਂ ਨੇ ਇਹ ਸਾਰੀਆਂ ਗੱਲਾਂ ਉਸ ਤੋਂ ਲੁਕਾਈਆਂ ਸਨ। ਫਿਰ ਉਸ ਨੂੰ ਪਤਾ ਲੱਗਾ ਕਿ ਕਰਤਾਰ ਸਿੰਘ ਇੱਕ ਵਾਰੀ ਘਰੋਂ ਪਤੀਲਾ ਚੁੱਕ ਕੇ ਵੇਚ ਆਇਆ ਸੀ ਅਤੇ ਉਹ ਅਫੀਮ ਦੀ ਥਾਂ ਨਸ਼ੇ ਦੀਆਂ ਗੋਲੀਆਂ ਖਾਂਦਾ, ਨਸਬਾਰ ਤੇ ਬੀੜਾ ਜਿਹਾ ਵੀ ਲੈਂਦਾ ਸੀ। ਅਮਰੀਕ ਨੇ ਦੁਖੀ ਹੋ ਕੇ ਕਿਹਾ ਕਿ ਇਸ ਤਰ੍ਹਾਂ ਜੇਕਰ ਉਹ ਹੋਰ ਜਿਉਂਦਾ ਰਹਿੰਦਾ ਤਾਂ ਰਹਿੰਦੀ 2 ਕਿੱਲੇ ਜ਼ਮੀਨ ਵੀ ਗਹਿਣੇ ਪੈ ਜਾਣੀ ਸੀ ਅਤੇ ਮਹਿੰਦਰ ਦੇ ਕਹਿਣ ਅਨੁਸਾਰ ਪਿੱਛੇ ਰਹਿ ਜਾਣਾ ਸੀ। ਠੁਣ ਗੋਪਾਲ। ਇਹ ਸੁਣ ਕੇ ਸਾਰੇ ਪਰਿਵਾਰ ਦੇ ਚਿਹਰਿਆਂ 'ਤੇ ਹਲਕੀ ਜਿਹੀ ਮੁਸਕਾਨ ਆਈ, ਜਿਵੇਂ ਸਾਰਿਆਂ ਨੇ ਇਸ ਗੱਲ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਹੋਵੇ। ਤੇ ਹੁਣ ਬੱਚਿਓ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ। ਤਾਂ ਇਹ ਕਹਾਣੀ ਤੁਸੀਂ ਸਮਝ ਹੀ ਲਈ ਹੋਣੀ ਹੈ, ਠੀਕ ਹੈ। ਹੁਣ ਆਪਾਂ ਪ੍ਰਸ਼ਨ ਉੱਤਰ ਸ਼ੁਰੂ ਕਰਦੇ ਹਾਂ ਤੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਨੰਬਰ 1, ਅੰਗ ਸੰਗ ਕਹਾਣੀ ਵਿੱਚ ਅਜਿਹੀ ਕਿਹੜੀ ਘਟਨਾ ਵਾਪਰੀ ਜਿਸ ਕਾਰਨ ਘਰ ਵਿੱਚ ਹਨੇਰੇ ਵਾਤਾਵਰਨ ਵਰਗੀ ਚੁੱਪੀ ਛਾਈ ਹੋਈ ਸੀ। ਉੱਤਰ, ਕਹਾਣੀ ਵਿੱਚ ਘਰ ਦੇ ਮੁਖੀ ਕਰਤਾਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਕਰਕੇ ਘਰ ਵਿੱਚ ਹਨੇਰੇ ਵਰਗੀ ਚੁੱਪੀ ਛਾਈ ਹੋਈ ਸੀ। ਇਸ ਚੁੱਪ ਦਾ ਕਾਰਨ ਇਹ ਵੀ ਸੀ ਕਿ ਕਰਤਾਰ ਸਿੰਘ ਦੇ ਬੈਲਾਂ ਕਾਰਨ ਘਰ ਉਜੜ ਚੁੱਕਿਆ ਸੀ, ਜ਼ਮੀਨ ਗਹਿਣੇ ਪੈ ਚੁੱਕੀ ਸੀ ਅਤੇ ਸਾਰਾ ਪਰਿਵਾਰ ਕਰਜ਼ੇ ਦੇ ਭਾਰ ਥੱਲੇ ਦੱਬਿਆ ਹੋਇਆ ਸੀ। ਪ੍ਰਸ਼ਨ ਨੰਬਰ 2, ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਸਿੰਘ ਨੂੰ ਕਿਸ ਗੱਲ ਦੀ ਰਿਆਇਤ ਦਿੱਤੀ ਤੇ ਕਿਉਂ। ਉੱਤਰ, ਸੁਸਾਇਟੀ ਦੇ ਇੰਸਪੈਕਟਰ ਨੇ ਅਮਰੀਕ ਨੂੰ ਸੁਸਾਇਟੀ ਦਾ ਖਾਦ ਦਾ 1650 ਰੁਪਇਆ ਕਰਜ਼ਾ ਮੋੜਨ ਦੀ ਰਿਆਇਤ ਦਿੱਤੀ ਕਿ ਉਹ ਇਸ ਨੂੰ 2 ਕਿਸ਼ਤਾਂ ਵਿੱਚ ਮੋੜ ਸਕਦਾ ਹੈ ਅਤੇ ਪਹਿਲੀ ਕਿਸ਼ਤ ਲਈ 15 ਦਿਨਾਂ ਦੀ ਮੁਹੱਲਤ ਹੋਰ ਦੇ ਦਿੱਤੀ। ਇੰਸਪੈਕਟਰ ਨੇ ਅਜਿਹਾ ਮੁਲਾਜ਼ਮ ਭਰਾ ਹੋਣ ਕਰਕੇ ਕੀਤਾ। ਉਹ ਅਮਰੀਕ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਵੀ ਸਮਝਦਾ ਸੀ। ਪ੍ਰਸ਼ਨ ਨੰਬਰ 3, ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆ ਤੋਂ ਤੁਰ ਜਾਣ ਦੇ ਕੀ ਕਾਰਨ ਸਨ। ਉੱਤਰ,
ਕਰਤਾਰ ਸਿੰਘ ਦੇ ਛੋਟੀ ਉਮਰੇ ਹੀ ਦੁਨੀਆ ਤੋਂ ਤੁਰ ਜਾਣ ਦੇ ਕਾਰਨ ਉਸਦੇ ਕਈ ਪ੍ਰਕਾਰ ਦੇ ਬੈਲ ਸਨ। ਉਹ ਸ਼ਰਾਬ ਪੀਂਦਾ, ਅਫੀਮ ਖਾਂਦਾ ਅਤੇ ਨਸ਼ੇ ਦੀਆਂ ਗੋਲੀਆਂ ਵੀ ਖਾਣ ਲੱਗ ਪਿਆ ਸੀ। ਉਹ ਨਸਬਾਰ ਤੇ ਬੀੜਾ ਵੀ ਲੈਂਦਾ ਸੀ। ਪ੍ਰਸ਼ਨ ਨੰਬਰ 4। ਬਚਪਨ ਵਿੱਚ ਅਮਰੀਕ ਕਿਹੋ ਜਿਹੇ ਬਾਪ ਦੀ ਕਲਪਨਾ ਕਰਦਾ ਤੇ ਕਿਉਂ? ਪ੍ਰਸ਼ਨ ਨੰਬਰ 4। ਬਚਪਨ ਵਿੱਚ ਅਮਰੀਕ ਕਿਹੋ ਜਿਹੇ ਬਾਪ ਦੀ ਕਲਪਨਾ ਕਰਦਾ ਤੇ ਕਿਉਂ? ਉੱਤਰ। ਬਚਪਨ ਵਿੱਚ ਅਮਰੀਕ ਚਾਹੁੰਦਾ ਹੈ ਕਿ ਉਸ ਦਾ ਬਾਪ ਤੌਲੀ ਦਾੜੀ ਵਾਲਾ ਹੋਵੇ, ਕਿਉਂਕਿ ਨਵੇਂ ਆਏ ਅਧਿਆਪਕ ਅਤੇ ਅਣਜਾਣ ਲੋਕ ਉਸਦੇ ਪਿਓ ਕਰਤਾਰ ਸਿੰਘ ਨੂੰ ਉਸਦਾ ਵੱਡਾ ਭਰਾ ਹੀ ਸਮਝ ਲੈਂਦੇ ਸਨ। ਇਹ ਉਸਨੂੰ ਚੰਗਾ ਨਹੀਂ ਲੱਗਦਾ ਸੀ। ਪ੍ਰਸ਼ਨ ਨੰਬਰ 5। ਅਮਰੀਕ ਦੇ ਦਾਦੇ ਨੇ ਗਹਿਣੇ ਪਈ ਆਪਣੀ ਪੈਲੀ ਕਿਵੇਂ ਛਡਵਾਇਆ ਸੀ? ਉੱਤਰ। ਅਮਰੀਕ ਦਾ ਦਾਦਾ ਕਰਜ਼ੇ ਹੇਠ ਦੱਬੇ ਜਾਣ ਪਿੱਛੋਂ ਜ਼ਮੀਨ ਦੇ ਗਹਿਣੇ ਪੈਣ ਕਰਕੇ ਸਿੰਗਾਪੁਰ ਚਲਾ ਗਿਆ ਸੀ ਤੇ ਉੱਥੇ ਜਾ ਕੇ ਉਸਨੇ ਕਮਾਈ ਕਰਕੇ ਉਸਨੂੰ ਹੌਲੀ ਹੌਲੀ ਆਪਣੇ ਗਹਿਣੇ ਪਈ ਜ਼ਮੀਨ ਛੁਡਵਾ ਲਈ ਸੀ। ਤਾਂ ਇਹਦਾ ਉੱਤਰ ਕੀ ਆ? ਉਹ ਸਿੰਗਾਪੁਰ ਚਲਾ ਗਿਆ ਸੀ ਤੇ ਉਸਨੇ ਉੱਥੇ ਕਮਾਈ ਕਰਕੇ ਜ਼ਮੀਨ ਨੂੰ ਛੁਡਵਾ ਲਿਆ ਸੀ। ਪ੍ਰਸ਼ਨ ਨੰਬਰ 6। ਕਰਤਾਰ ਸਿੰਘ ਆਪਣੀ ਭੈਣ ਦੀਆਂ ਕੁੜੀਆਂ ਦੇ ਵਿਆਹ ਦੀ ਚਿੱਠੀ ਆਉਣ ਤੇ ਕਿਉਂ ਖਿਜਿਆ ਰਹਿੰਦਾ ਸੀ? ਉੱਤਰ। ਦੋਹਾਂ ਕੁੜੀਆਂ ਦੇ ਇਕੱਠ ਵਿਆਹ ਉੱਤੇ ਇਕੱਲਾ ਭਰਾ ਨੂੰ ਬਣ ਠਣ ਕੇ ਆਉਣ ਲਈ ਕਿਹਾ ਗਿਆ ਸੀ ਅਤੇ ਇਹ ਵੀ ਕਿਹਾ ਗਿਆ ਸੀ ਕਿ ਕੁੜੀਆਂ ਰੋਜ਼-ਰੋਜ਼ ਨਹੀਂ ਵਿਆਹੀਆਂ ਜਾਂਦੀਆਂ। ਪਰ ਕਰਤਾਰ ਨੂੰ ਵਿਆਹ ਉੱਪਰ ਖਰਚ ਲਈ ਕਿਤੋਂ ਵੀ ਪੈਸਿਆਂ ਦਾ ਪ੍ਰਬੰਧ ਨਹੀਂ ਹੋ ਰਿਹਾ ਸੀ। ਉਸਨੇ ਜਗੀਰ ਕੌਰ ਤੋਂ ਟੂਮਾਂ ਵੀ ਮੰਗੀਆਂ, ਪਰ ਉਹ ਦੇਣ ਲਈ ਤਿਆਰ ਨਹੀਂ ਸੀ, ਜਿਸ ਕਰਕੇ ਉਹ ਖਿਜਿਆ ਰਹਿੰਦਾ ਸੀ। ਉਹ ਖਿਜਿਆ ਇਸ ਲਈ ਰਹਿੰਦਾ ਸੀ ਕਿਉਂਕਿ ਉਸ ਕੋਲ ਪੈਸੇ ਨਹੀਂ ਸੀ। ਪ੍ਰਸ਼ਨ ਨੰਬਰ 7। ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣਾ ਕਰ ਦਿੱਤਾ ਹੋਇਆ। ਜਗੀਰ ਕੌਰ ਨੇ ਇਹ ਸ਼ਬਦ ਕਿਉਂ ਕਹੇ? ਉੱਤਰ। ਜਦੋਂ ਅਮਰੀਕ ਸਿੰਘ ਨੇ ਪੌਣੇ ਕਿੱਲੇ ਨੂੰ ਆਪਣਾ ਸਮਝ ਕੇ ਛੋਟੇ ਮਹਿੰਦਰ ਨੂੰ ਉਸ ਵਿੱਚ ਪੱਠੇ ਬੀਜਣ ਲਈ ਕਿਹਾ ਤਾਂ ਜਗੀਰ ਕੌਰ ਨੇ ਭੇਤ ਖੋਲ੍ਹਦਿਆਂ ਉਸਨੂੰ ਦੱਸਿਆ ਕਿ ਉਸ ਜ਼ਮੀਨ ਉੱਤੇ ਤਾਂ ਕਰਜ਼ਾ ਲੈ ਕੇ ਉਸਦੀ ਭੈਣ ਦੀ ਸੱਸ ਦੇ ਇਕੱਠ ਉੱਤੇ ਗਏ ਸਨ। ਪ੍ਰਸ਼ਨ ਨੰਬਰ 8। ਅਮਰੀਕ ਨੂੰ ਘਰਦਿਆਂ ਨਾਲ ਕਿਸ ਗੱਲ ਦਾ ਇਤਰਾਜ਼ ਸੀ? ਉੱਤਰ। ਅਮਰੀਕ ਨੂੰ ਘਰਦਿਆਂ ਨਾਲ ਇਸ ਗੱਲ ਦਾ ਇਤਰਾਜ਼ ਸੀ ਕਿ ਉਹਨਾਂ ਉਸ ਤੋਂ ਆਪਣੇ ਪਿਓ ਦੁਆਰਾ ਕੀਤੇ ਬੈਲ ਅਤੇ ਬਹੁਤ ਸਾਰੀਆਂ ਮਾੜੀਆਂ ਆਦਤਾਂ ਲੁਕਾ ਕੇ ਰੱਖੀਆਂ ਸਨ। ਪ੍ਰਸ਼ਨ ਨੰਬਰ 9। ਕਰਤਾਰ ਸਿੰਘ ਅੰਗ ਸੰਗ ਕਹਾਣੀ ਦਾ ਕਰਤਾਰ ਸਿੰਘ ਦਾ ਪਾਤਰ ਚਿਤਰਨ ਕਰੋ। ਕਰਤਾਰ ਸਿੰਘ ਦਾ ਪਾਤਰ ਚਿਤਰਨ ਕਰੋ। ਉੱਤਰ। ਕਰਤਾਰ ਸਿੰਘ ਅੰਗ ਸੰਗ ਕਹਾਣੀ ਦਾ ਮੁੱਖ ਪਾਤਰ ਹੈ। ਉਹ ਕਈ ਪ੍ਰਕਾਰ ਦੇ ਨਸ਼ੇ ਕਰਦਾ ਹੈ ਅਤੇ ਸ਼ਿਕਾਰ ਖੇਡਦਾ ਹੈ। ਆਪਣੇ ਨਸ਼ਿਆਂ ਲਈ ਉਸਨੇ ਬਹੁਤ ਸਾਰੀ ਜ਼ਮੀਨ ਵੀ ਗਹਿਣੇ ਕਰ ਦਿੱਤੀ ਸੀ। ਉਹ ਇੱਕ ਗੈਰ ਜ਼ਿੰਮੇਵਾਰ ਵਿਅਕਤੀ ਸੀ। ਉਸਨੇ ਆਪਣੇ ਜਿਉਂਦੇ ਜੀ ਰਹਿ ਕੇ ਆਪਣੇ ਪਰਿਵਾਰ ਨੂੰ ਸੰਕਟ ਵਿੱਚ ਪਾ ਦਿੱਤਾ ਹੈ, ਜਿਸ ਕਾਰਨ ਉਸਦੇ ਮਰਨ ਤੋਂ ਮਗਰੋਂ ਉਸਦਾ ਪਰਿਵਾਰ ਸੰਤੁਸ਼ਟੀ ਅਨੁਭਵ ਕਰਦਾ ਹੈ। ਵਸਤੂਨਿਸ਼ਟ ਪ੍ਰਸ਼ਨ। ਪ੍ਰਸ਼ਨ ਨੰਬਰ 1। ਅੰਗ ਸੰਗ ਕਹਾਣੀ ਦਾ ਲੇਖਕ ਕੌਣ ਹੈ? ਉੱਤਰ। ਅੰਗ ਸੰਗ ਕਹਾਣੀ ਦਾ ਲੇਖਕ ਵਰਿਆਮ ਸਿੰਘ ਸੰਧੂ ਹੈ। ਪ੍ਰਸ਼ਨ ਨੰਬਰ 2। ਕਰਤਾਰ ਸਿੰਘ ਦੇ ਕੁੱਲ ਕਿੰਨੇ ਬੱਚੇ ਸਨ? ਉੱਤਰ 5। ਪ੍ਰਸ਼ਨ ਨੰਬਰ 3। ਕਹਾਣੀ ਵਿਚਲੇ ਪਰਿਵਾਰ ਵਿੱਚ ਸਭ ਤੋਂ ਵੱਡੇ ਮੁੰਡੇ ਦਾ ਕੀ ਨਾਂ ਹੈ? ਉੱਤਰ ਅਮਰੀਕ ਸਿੰਘ। ਪ੍ਰਸ਼ਨ ਨੰਬਰ 4। ਕਿਸ ਦੀ ਮੌਤ ਹੋ ਗਈ ਸੀ? ਉੱਤਰ ਕਰਤਾਰ ਸਿੰਘ ਦੀ ਮੌਤ ਹੋ ਗਈ ਸੀ। ਪ੍ਰਸ਼ਨ ਨੰਬਰ 5। ਕਹਾਣੀ ਦੀਆਂ ਘਟਨਾਵਾਂ ਕਿਹੋ ਜਿਹੀ ਰਾਤ ਵਿੱਚ ਵਾਪਰਦੀਆਂ ਹਨ? ਪ੍ਰਸ਼ਨ ਨੰਬਰ 5। ਕਹਾਣੀ ਦੀਆਂ ਘਟਨਾਵਾਂ ਕਿਹੋ ਜਿਹੀ ਰਾਤ ਵਿੱਚ ਵਾਪਰਦੀਆਂ ਹਨ? ਉੱਤਰ ਹਨੇਰੀ ਰਾਤ ਵਿੱਚ। ਪ੍ਰਸ਼ਨ ਨੰਬਰ 6। ਕਹਾਣੀ ਦੇ ਸਿਰਲੇਖ ਦੀ ਸੁਰ ਕਿਹੋ ਜਿਹੀ ਹੈ? ਉੱਤਰ ਵਿਅੰਗਾਤਮਿਕ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।